सतनाम श्री वाहिगुरु साहिब जीओ। जैसा सतगुर सुनींदा तैसो ही मैं डीठा। बिछड़िया मिले प्रभु हर दरगह का वसीठा। हर नामो मंत्र दृढ़ाइंदा कटे हो मैं रूग। नानक सतगुर तिना मिलाया जिना तुरों पया संजोग। नानक सतगुर तिना मिलाया जिन तुरों पया संजोग। जुगो जुगा टल चवर छत्र तखत दे मालक दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी गुरु की साजी साज के निवाजी गुरु का खास रूप खलसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन बिरतियां कागर करके जुड़ करके बहन दी कृपालता करिए। समय और स्वासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी श्रवण करना करिए। आप संगत ने जो हुण तक लड़ीवार शब्द विचार कथा गुरबाणी सरवण कीती ओ विचार इथों तक सी के जिस वेले सतगुरु गुरु हरगोबिंद महाराज छेवें पातशाह मीरी पीरी दे मालिक कृपालू दयालु सतगुरु जी करतारपुर दी धरती ते विराजमान शशोवत है ते सतगुरु जी बख्शिशा रहमतां कर रहे सन के अचानक पैंदे खां पठान दी नलायकी प्रगट हुई है। उन्हें शाहजहां तो मदद प्राप्त की अपनी झूठी पुकार पेश करके। हुण काफी हजारां दी गिणती दे विच फौज शाहजहां तो प्राप्त की। इधर जेड़े के दुआबे दे जिन्ने पठान है बसी पठाना दे जिन्ने पठान नगर दे वो एकत्र करके दुआबे दे पठान एकत्र करके काफी बड़ी गिणती दे विच फौज प्राप्त की है जिन्हां दी बहुत गिणती बन चुकी। ते सतगुरु जी ते चढ़ाई करके आया काले खां अनवर खां कुतुब खान और पैंदे खां पठान दा जवाई असमान खां। ये सारे जने चढ़ाई करके सतगुरु जी दे आए बड़ी पद्धर ते फौज प्राप्त करके लैके ते इन्हां ने इधर छोटे मीर नगर विखे उस नगर नूं लुट के सतगुरु ते चढ़ाई करन दी ब्यौत बनाई के किवें किवें सतगुरु ते चढ़ाई कीती जावे, किवें सतगुरु दी बड़ा नुकसान पहुंचाया जावे विचार बनाई उन्होंने। ते सतगुरु गुरु हरगोबिंद महाराज जी नूं ये पकड़ना चाहते शाहजहां दे पेश करना चाहते ने बंदी बना के और वड्डे इनाम की प्राप्ति करना चाहते ने। सतगुरु जी दे कोल आ कुछ गिणती दे सिख इन्हां ने विचार बनाई है कि अद्धी रात दे विखे रात अमृत वेले दे पहले पैर विखे सतगुरु दे सिखां नूं गुरु सतगुरु समेत
ਜਾ ਕੇ ਰਾਤ ਨੂੰ ਦਬੋਚ ਲਵਾਂਗੇ। ਤੇ ਇਧਰ ਸਤਿਗੁਰੂ ਜੀ ਨੂੰ ਪਤਾ ਪੂਰਨ ਤੌਰ ਤੇ ਲੱਗ ਚੁੱਕਿਆ ਸੀ, ਖਬਰ ਮਿਲ ਚੁੱਕੀ ਸੀ ਕਿ ਪੈਂਦੇ ਖਾਂ ਪਠਾਨ ਨੇ ਮਿਲ ਕੇ ਮਾੜੀ ਵਿਚਾਰ ਪ੍ਰਗਟ ਕੀਤੀ, ਜ਼ਾਹਰ ਕੀਤੀ ਹੈ। ਕੀ ਵਿਚਾਰ ਹੋਈ ਉਹ ਸਾਰੀ ਪਤਾ ਲੱਗ ਗਈ। ਤੇ ਸਤਿਗੁਰੂ ਜੀ ਨੇ ਵੀ ਆਪਣੇ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਰਾਤ ਦੇ ਵੇਖੇ ਇਉਂ ਕਰਿਓ, ਅੱਧੇ ਸਿੱਖ ਆਰਾਮ ਕਰ ਲਿਓ ਤੇ ਅੱਧੇ ਸਿੱਖ ਸ਼ਾਸਤਰ ਵਸਤਰ ਧਾਰਨ ਕਰਕੇ ਮੋਰਚੇ ਤੇ ਡਟ ਜਿਓ, ਜਿਹਦੇ ਵਿੱਚ ਸਤਿਗੁਰ ਦੇ ਅਨੰਨ ਪਿਆਰੇ ਭਾਈ ਲੱਖੂ ਜੀ, ਭਾਈ ਮੀਆਂ ਜੀ, ਭਾਈ ਅਮੀਆਂ ਜੀ, ਭਾਈ ਹਰੀ ਚੰਦ ਜੀ, ਕਹਿੰਦੇ ਇਦਾਂ ਕਰਕੇ ਭਾਈ ਮਿਹਰ ਚੰਦ ਜੀ, ਉਹ ਸਾਰੇ ਕਰਕੇ ਡਟ ਗਏ ਨੇ। ਗੁਰੂ ਸਤਿਗੁਰ ਦੀ ਕਿਰਪਾ ਹੋ ਗਈ। ਇਸ ਸਮੇਂ 'ਚ ਸਤਿਗੁਰ ਨੇ ਹੁਕਮ ਕੀਤਾ ਸਿੱਖਾਂ ਨੂੰ, ਤੇ ਸਿੱਖਾਂ ਨੇ ਗੁਰੂ ਸਤਿਗੁਰ ਦਾ ਵਚਨ ਮੰਨਦੇ ਹੋਏ ਆਪੋ ਆਪਣੇ ਮੋਰਚਿਆਂ ਦੀ ਪ੍ਰਾਪਤੀ ਕੀਤੀ ਹੈ। ਰਾਤ ਦੇ ਵਿਖੇ ਟਹਿਲ ਰਹੇ ਨੇ ਤੇ ਨਾਲ ਦੀ ਨਾਲ ਗੁਰਬਾਣੀ ਦੇ ਜਾਪ ਕਰਦੇ ਨੇ। ਕੋਈ ਜਪਜੀ ਸਾਹਿਬ ਦਾ ਪਾਠ ਪੜ੍ਹੀ ਜਾਂਦਾ, ਕੋਈ ਮੂਲ ਮੰਤਰ ਦਾ ਜਾਪ ਕਰੀ ਜਾਂਦਾ, ਕੋਈ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਇਦਾਂ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਉੱਥੇ ਸਿੱਖ ਸਤਿਗੁਰ ਦੇ ਸੂਰਮੇ ਮੋਰਚਿਆਂ ਤੇ ਡਟ ਗਏ ਨੇ। ਉਧਰ ਕਹਿੰਦੇ ਰਾਤ ਦੇ ਵਿਖੇ ਨਜ਼ਦੀਕ ਸਤਿਗੁਰ ਦੇ ਨਗਰ ਕਰਤਾਰਪੁਰ ਦੀ ਧਰਤੀ ਤੇ ਆ ਕੇ ਇਹ ਪੂਰਨ ਤੌਰ ਤੇ ਕਹਿੰਦੇ ਬਸ ਥੋੜੀ ਦੂਰ ਤੇ ਆ ਕੇ ਜਦੋਂ ਦੇਖਿਆ ਉਹਨਾਂ ਨੇ ਸਤਿਗੁਰੂ ਜੀ ਦਾ ਡੇਰਾ ਘੇਰਾ ਪਾਉਣਾ ਏ, ਆਪਣੀ ਫੌਜ ਨੂੰ ਪੈਂਦੇ ਖਾਂ ਪਠਾਨ ਵਰਗੇ ਪਾਪੀਆਂ ਨੇ ਅਲਰਟ ਕਰਨ ਵਾਸਤੇ, ਕਾਲੇ ਖਾਂ ਵਰਗਿਆਂ ਨੇ ਅਲਰਟ ਕਰਨ ਵਾਸਤੇ ਫੌਜ ਨੂੰ ਵੱਡੇ ਨਗਾਰੇ ਤੇ ਚੋਟ ਮਾਰੀ ਹੈ। ਉਹ ਜਦੋਂ ਨਗਾਰੇ ਤੇ ਚੋਟ ਮਾਰੀ, ਨਗਾਰਾ ਵੱਡੀ ਆਵਾਜ਼ ਦੇ ਵਿੱਚ ਗੂੰਜਿਆ। ਪੈਂਦੇ ਖਾਂ ਪਠਾਨ ਨੇ ਬੇਨਤੀ ਕੀਤੀ ਕਾਲੇ ਖਾਂ ਨੂੰ, ਜਿਹੜਾ ਮੇਨ ਇਸ ਫੌਜ ਦਾ ਸਰਦਾਰ ਹੈ, ਉਹਨੇ ਕਿਹਾ ਵੀ ਹੁਣ ਤਿਆਰ ਬਰ ਤਿਆਰ ਹੋ ਜੋ, ਹਮਲੇ ਕਰਨ ਦਾ ਸੰਕੇਤ ਦਿੱਤਾ। ਰਾਤ ਦੇ ਵਿਖੇ ਨਗਾਰੇ ਤੇ ਚੋਟ ਮਾਰੀ ਗਈ ਹੈ ਤੇ ਕਹਿੰਦੇ ਪੈਂਦੇ ਖਾਂ ਪਠਾਨ ਹੋਰ ਜਿੰਨੇ ਸੂਰਮੇ ਆ, ਉਹਨਾਂ ਨੇ ਯਕਦਮ ਆਪੋ ਆਪਣੇ ਹਥਿਆਰ ਸੰਭਾਲਣਾ ਕੀਤੇ ਨੇ। ਤੇ ਇਧਰ ਸਤਿਗੁਰ ਦੇ ਸਿੱਖਾਂ ਨੂੰ ਵੀ ਪਤਾ ਲੱਗਿਆ, ਉਹਨਾਂ ਨੇ ਵੀ ਨਗਾਰੇ ਤੇ ਵੱਡੀ ਚੋਟ ਮਾਰੀ ਹੈ। ਇੰਨੀ ਆਵਾਜ਼ ਆਈ ਜਿਵੇਂ ਕਹਿੰਦੇ ਬੱਦਲ ਗੱਜਦੇ ਹੁਣ, ਸੌਣ ਦੇ ਬੱਦਲ। ਤੇ ਉਸ ਵੇਲੇ ਸਤਿਗੁਰੂ ਜੀ ਤੱਕ ਇਹ ਮੈਸੇਜ ਸੁਨੇਹਾ ਪਹੁੰਚਾ ਦਿੱਤਾ ਕਿ ਸਤਿਗੁਰੂ ਜੀ ਪਾਪੀ ਤੁਰਕ ਸੈਨਾ ਚੜ੍ਹਾਈ ਕਰਕੇ ਆ ਚੁੱਕੀ ਹੈ ਤੇ ਥੋੜੇ ਸਮੇਂ ਦੇ ਵਿੱਚ ਹੀ ਉਹ ਸਾਡੇ ਸਨਮੁਖ ਪਹੁੰਚ ਜਾਵਣਗੇ। ਇਹ ਵਿਚਾਰ ਰੱਖਦਿਆਂ ਹੋਇਆਂ ਉਸ ਵੇਲੇ ਸਤਿਗੁਰ ਦੇ ਸਿੱਖ ਸੂਰਮਿਆਂ ਨੇ ਸਤਿਗੁਰੂ ਜੀ ਦੇ ਕੋਲੇ ਮੈਸੇਜ ਸੁਨੇਹਾ ਭੇਜਿਆ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ, ਭਾਈ ਤਿਆਰ ਬਰ ਤਿਆਰ ਹੋਵੋ। ਜਿਸ ਸਿੱਖ ਨੂੰ ਜਿਸ ਸ਼ਸਤਰ ਵਸਤਰ ਦੀ ਕਿਸੇ ਪ੍ਰਕਾਰ ਕੋਈ ਵੀ ਹਥਿਆਰ ਦੀ ਲੋੜ ਹੈ ਤੇ ਕਹਿੰਦੇ ਉਹ ਪ੍ਰਾਪਤ ਕੀਤੀ ਜਾਵੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇਦਾਂ ਜਦੋਂ ਵਚਨ ਕੀਤੇ, ਸਾਰੇ ਸਿੱਖ ਆਪੋ ਆਪਣੇ ਮੋਰਚਿਆਂ ਦੇ ਡਟੇ। ਉਧਰੋਂ ਕਹਿੰਦੇ ਪੈਂਦੇ ਖਾਂ ਪਠਾਨ ਸਮੇਤ ਕਾਲੇ ਖਾਂ, ਅਨਵਰ ਖਾਂ, ਕੁਤਬ ਖਾਂ, ਉਹਨੇ ਸਾਰੀ ਫੌਜ ਨੂੰ ਸੁਨੇਹਾ ਦੇ ਦਿੱਤਾ, ਸੰਕੇਤ ਦਿੱਤਾ ਕਿ ਹਮਲਾ ਕੀਤਾ ਜਾਵੇ। ਪਾਪੀ ਦਲ ਦੀ ਫੌਜ ਨੇ ਹਮਲਾ ਕਰਕੇ ਸਤਿਗੁਰੂ ਜੀ ਦੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣਾ ਕੀਤਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਸਿੱਖਾਂ ਨੇ ਵੀ ਇਧਰੋਂ ਨਗਾਰੇ ਤੇ ਚੋਟ ਮਾਰ ਕੇ ਹਮਲਾ ਕਰਨ ਦਾ ਸੰਕੇਤ ਦਿੱਤਾ। ਉਸ ਵੇਲੇ ਗੁਰੂ ਪਿਆਰਿਓ ਰਾਤ ਦਾ ਵਿਖਾ ਇੱਕ ਦੂਜੇ ਦਾ ਮੁਖ ਨਹੀਂ ਦਿਖਦਾ। ਰਾਤ ਦਾ ਵਿਖਾ ਏ, ਕੱਚੇ ਰਸਤੇ ਹੋਣ ਕਾਰਨ ਕਰਕੇ ਧੂੜ ਉੱਡ ਰਹੀ, ਮਿੱਟੀ ਉੱਡ ਰਹੀ ਹੈ। ਜਿਹੜਾ ਮਾੜਾ ਮੋਟਾ ਦਿਸਦਾ ਰਾਤ ਦੇ ਵਿਖੇ ਕਹਿੰਦੇ ਉਹ ਵੀ ਦਿਸਣਾ ਬੰਦ ਹੋ ਗਿਆ। ਸਾਰਾ ਇਦਾਂ ਦਾ ਹਾਲ ਹੋ ਗਿਆ। ਕਹਿੰਦੇ
ਕਿਸੇ ਪ੍ਰਕਾਰ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਕੌਣ ਕਿਹਦਾ ਮਦਦਗਾਰ ਹੈ, ਕੌਣ ਕਿਹਦੇ ਫੌਜ ਹੈ, ਕਿੱਥੇ ਕੌਣ ਖੜਾ ਹੈ। ਧੂੜ ਉੱਡਦੀ ਹੈ। ਰਾਤ ਦਾ ਵਿਖਾ ਕੱਚੇ ਰਸਤੇ ਹੋਣ ਕਰਕੇ ਤੜਥਲ ਮੱਚ ਜਾਣਾ ਕੀਤੀ ਉਸ ਵੇਲੇ। ਤੇ ਸਤਿਗੁਰ ਦੇ ਸਿੱਖਾਂ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝਦਿਆਂ ਹੋਇਆਂ ਉਧਰੋਂ ਤੀਰ ਛੱਡੇ ਪਾਪੀਆਂ ਦੇ ਵੱਲ, ਵੈਰੀਆਂ ਦੇ ਵੱਲ ਬੰਦੂਕਾਂ ਦੇ ਨਿਸ਼ਾਨੇ ਸਾਧਨਾ ਕੀਤੇ ਨੇ। ਤੇ ਪਾਪੀ ਸੈਨਾ ਦੀ ਫੌਜ ਇੰਨੀ ਗਿਣਤੀ ਵਿੱਚ ਹੈ, ਉਹ ਜਿੱਧਰ ਨੂੰ ਤੀਰ ਛੱਡਦੇ, ਜਿੱਧਰ ਨੂੰ ਰਾਈਫਲ ਦਾ ਨਿਸ਼ਾਨਾ ਬਿੰਨਦੇ, ਕਹਿੰਦੇ ਉਧਰ ਹੀ ਪਾਪੀਆਂ ਦੇ ਜਿਹੜੇ ਫੌਜ ਦੇ ਸਿਪਾਹੀ ਉਹ ਮਰ ਕੇ ਧਰਤੀ ਤੇ ਡਿੱਗ ਰਹੇ ਨੇ। ਇਦਾਂ ਡਿੱਗਦੇ ਕਹਿੰਦੇ ਜਿਵੇਂ ਪੱਤ ਝੜ ਦੇ ਵਿੱਚ ਕਿਸੇ ਦਰਖਤ ਦੇ ਉੱਤੋਂ ਪੱਤੇ ਝੜ ਝੜ ਕੇ ਡਿੱਗਦੇ ਹੋਣ, ਇਦਾਂ ਪ੍ਰਤੀਤ ਹੁੰਦਾ। ਤੇ ਸਤਿਗੁਰ ਦੇ ਸਿੱਖਾਂ ਨੇ ਬੜੇ ਪਾਪੀਆਂ ਦਾ ਦਲ ਵੱਡੇ ਪੱਧਰ ਤੇ ਮਾਰ ਦੇਣਾ ਕੀਤਾ ਕੁਝ ਸਮੇਂ ਦੇ ਵਿੱਚ ਹੀ। ਤੇ ਪੈਂਦੇ ਖਾਂ ਪਠਾਨ ਵਰਗੇ ਉਹਨਾਂ ਪਾਪੀਆਂ ਨੇ ਦੇਖਿਆ ਕਿ ਸਤਿਗੁਰ ਦੇ ਸਿੱਖਾਂ ਨੇ ਤੇ ਥੋੜਿਆਂ ਨੇ ਬੜੇ ਭਾਰੀ ਨੁਕਸਾਨ ਪਹੁੰਚਾਉਣ ਦੀ ਵਿਚਾਰ ਕੀਤੀ ਹੈ। ਇਹ ਵਿਚਾਰ ਕਰ ਦਿੱਤੀ, ਆਰੰਭ ਕਰ ਦਿੱਤੀ ਥੋੜੇ ਸਮੇਂ ਵਿੱਚ ਹੀ ਸਾਡੇ ਕਾਫੀ ਪਾਪੀ, ਸਾਡੇ ਕਾਫੀ ਸੈਨਾ ਮਾਰ ਦਿੱਤੀ, ਨੁਕਸਾਨ ਪਹੁੰਚਾ ਦਿੱਤਾ ਹੈ। ਉਸ ਵੇਲੇ ਕੁਤਬ ਖਾਨ ਨੇ ਵਿਚਾਰ ਕੀਤੀ, ਕਹਿੰਦੇ ਓਂ ਕਰਨੇ ਹੁਣ ਰਾਤ ਦੇ ਵਿਖੇ ਇੱਕ ਦੂਜੇ ਨੂੰ ਕਦਾਚਿਤ ਵੀ ਪ੍ਰਾਪਤ ਨਹੀਂ ਹੁੰਦਾ, ਦਿਸ ਨਹੀਂ ਰਿਹਾ। ਇਹ ਸਮਝ ਨਹੀਂ ਆਉਂਦੀ ਕਿ ਕਿਹਦੀ ਸੈਨਾ ਕਿੱਧਰਲੇ ਪਾਸੇ ਆ, ਕੌਣ ਕਿਹਦੇ ਵੱਲ ਹੈ। ਤੁਸੀਂ ਆਉਂ ਕਰੋ, ਕਹਿੰਦੇ ਹੁਣ ਰਾਤ ਦਾ ਵਿਖਾ ਏ, ਇਹਨਾਂ ਨੇ ਤੇ ਕਾਫੀ ਹੱਦ ਤੱਕ ਸਾਡੀ ਫੌਜ ਮਾਰ ਦਿੱਤੀ ਹੈ। ਇਉਂ ਕਰਦੇ ਦਿਨ ਦੇ ਵਿਖੇ ਆਪਾਂ ਇਹਨਾਂ ਤੇ ਚੜ੍ਹਾਈ ਕਰਾਂਗੇ, ਵੱਡੀ ਰਣਨੀਤੀ ਪ੍ਰਾਪਤ ਕਰਕੇ ਇਹਨਾਂ ਤੇ ਚੜ੍ਹਾਈ ਕਰਕੇ ਇਹਨਾਂ ਦਾ ਨੁਕਸਾਨ ਕਰਾਂਗੇ। ਸਤਿਗੁਰੂ ਜੀ ਨੂੰ ਪਕੜ ਕੇ ਬੰਦੀ ਬਣਾ ਕੇ ਸ਼ਾਹਜਹਾਨ ਦੇ ਪੇਸ਼ ਕਰਾਂਗੇ। ਤੁਸੀਂ ਹੁਣ ਜਰਾ ਠਹਿਰ ਜਾਓ। ਤੇ ਕਹਿੰਦੇ ਪਾਪੀ ਦਲ ਨੇ ਜਿਉਂ-ਜਿਉਂ ਬਿਆਤ ਬਣਾਉਣੀ, ਕਹਿੰਦੇ ਤਿਉਂ-ਤਿਉਂ ਮੂੰਹ ਦੀ ਮਾਰ ਖਾਣੀ ਹੈ। ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਸਨਮੁਖ ਕਹਿੰਦੇ ਕੋਈ ਮਨੁੱਖ ਕਿਵੇਂ ਸਤਿਗੁਰੂ ਜੀ ਤੋਂ ਫਤਿਹ ਪ੍ਰਾਪਤ ਕਰ ਸਕਦਾ, ਭਾਵ ਕੋਈ ਨਹੀਂ। ਸਤਿਗੁਰੂ ਜੀ ਦੇ ਵੱਡੇ ਵੱਡੇ ਪਾਪੀ ਸੂਰਮੇ ਮਹਾਬਲੀ ਯੋਧੇ ਤਦ ਛੰਨ ਦੇ ਵਿੱਚ ਮਿੱਟੀ ਅੰਦਰ ਮਿਲਾ ਦਿੱਤੇ ਨੇ। ਵੱਡੀ ਵੱਡੀ ਪੱਧਰ ਦੀ ਫੌਜ ਹੈ ਜਿਹੜੀ ਉਹ ਵੀ ਪੇਟੀ ਵਿੱਚ ਮਿਲਾ ਦਿੱਤੀ ਹੈ। ਤੇ ਪਾਪੀਆਂ ਨੇ ਕੁਤਬ ਖਾਂ, ਕਾਲੇ ਖਾਂ, ਅਨਵਰ ਖਾਂ, ਪੈਂਦੇ ਖਾਂ ਪਠਾਨ, ਅਸਮਾਨ ਖਾਂ, ਇਹਨਾਂ ਨੇ ਮਾੜੀ ਵਿਚਾਰ ਪੈਦਾ ਕੀਤੀ ਹੈ ਕਿ ਸਤਿਗੁਰੂ ਜੀ ਨੂੰ ਪ੍ਰਾਪਤ ਕਰ ਲਵਾਂਗੇ, ਪਕੜ ਲਵਾਂਗੇ। ਪਰ ਇਹਨਾਂ ਦੀ ਮਨ ਹੀ ਮਨ ਵਿੱਚ ਰਹਿ ਜਾਵੇਗੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਿੱਖਾਂ ਨੂੰ ਹੁਕਮ ਦਿੱਤਾ, ਸਿੱਖੋ ਦੇਖਿਓ ਜਰਾ ਇਹਨਾਂ ਪਾਪੀਆਂ ਨੂੰ ਬਚ ਕੇ ਜਾਣ ਨਾ ਦਿਓ। ਇਹ ਸਤਿਗੁਰ ਦੇ ਦਰ ਘਰ ਵਿਖੇ ਆਏ ਨੇ, ਖਾਲੀ ਝੋਲੀ ਨਹੀਂ ਮੋੜਨਾ, ਮੌਤ ਰੂਪੀ ਖੈਰ ਇਹਨਾਂ ਦੀ ਝੋਲੀ ਵਿੱਚ ਪਾ ਕੇ ਤੋਰਨਾ, ਕਦਾਚਿਤ ਵੀ ਇਹਨਾਂ ਨੂੰ ਮੋੜਨਾ ਨਹੀਂ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇਦਾਂ ਕਰਕੇ ਸਿੱਖਾਂ ਨੂੰ ਇਹ ਬਚਨ ਕਹਿ ਕੇ ਉਹਨਾਂ ਦੇ ਹਿਰਦੇ ਵਿੱਚ ਜਜ਼ਬਾ ਭਰ ਦਿੱਤਾ। ਸਤਿਗੁਰ ਦੀ ਕਿਰਪਾ ਹੋ ਗਈ। ਤੇ ਬਾਅਦ ਵਿੱਚ ਜਦੋਂ ਸਿੱਖਾਂ ਨੇ ਬਚਨ ਗੁਰੂ ਸਤਿਗੁਰ ਦੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ ਸਰਵਣ ਕੀਤੇ ਨੇ, ਉਹਨਾਂ ਦੇ ਹਿਰਦੇ ਵਿੱਚ ਆਟੋਮੈਟਿਕਲੀ ਇਹਨਾਂ ਦਾ ਜੋਸ਼ ਪ੍ਰਾਪਤ ਹੋਇਆ, ਇਦਾਂ ਦੀ ਸ਼ਕਤੀ ਪ੍ਰਾਪਤ ਹੋਈ ਹੈ ਜਿਵੇਂ ਕਹਿੰਦੇ ਇੱਕ ਡਰਦੇ ਹੋਏ ਥਰ ਥਰਾਉਂਦੇ ਸਰੀਰ ਦੇ ਵਿੱਚ ਵੀ ਇਦਾਂ ਦਾ ਜੋਸ਼ ਪ੍ਰਾਪਤ ਹੋ ਗਿਆ ਕਿ ਲੜਨ ਵਾਸਤੇ, ਜੂਝਣ ਵਾਸਤੇ ਤਿਆਰ ਹੋ ਗਏ। ਸਤਿਗੁਰ ਦੀ ਕਿਰਪਾ ਰਹਿਮਤ ਵਰਤਣਾ ਕੀਤੀ ਹੈ। ਉਸ ਵੇਲੇ ਇਹਨਾਂ ਪਾਪੀਆਂ ਨੇ ਵਿਚਾਰ ਬਣਾਈ ਕਿ ਹੁਣ ਆਪਾਂ ਕੁਝ ਸਮੇਂ ਲਈ ਇਹ ਜੰਗ ਦਾ ਮੈਦਾਨ ਰੋਕ ਦਿੰਨੇ ਆ, ਜਿਹਦੇ ਵਿੱਚ ਕਾਫੀ ਨੁਕਸਾਨ ਹੋ ਚੁੱਕਿਆ। ਤੇ ਵਿਚਾਰ ਕੀਤੀ ਜਾਵੇ, ਕਹਿੰਦੇ ਦਿਨ ਦੇ ਵਿਖੇ ਵੱਖੋ ਵੱਖਰੇ ਦਿਸ਼ਾਵਾਂ ਦੇ ਵਿੱਚ, ਟੋਲਿਆਂ ਦੇ ਵਿੱਚ
ਘੇਰਾਬੰਦੀ ਪਾ ਕੇ ਸਤਿਗੁਰ ਦਾ ਵੱਡਾ ਨੁਕਸਾਨ ਕਰਨਾ ਕਰਾਂਗੇ। ਉਸ ਵੇਲੇ ਠੱਲ ਦਿੱਤਾ ਗਿਆ ਇਹਨਾਂ ਨੇ ਸਾਰਾ ਜੰਗ ਮੈਦਾਨ ਦਾ ਜੋ ਕਾਰਜ। ਤੇ ਬਾਅਦ ਦੇ ਵਿੱਚ ਇਹਨਾਂ ਨੇ ਵਿਚਾਰ ਬਣਾਈ ਹੈ, ਆਪਣੇ ਹਿਰਦੇ ਦੀ ਇਹ ਵਿਚਾਰ ਪ੍ਰਗਟ ਕੀਤੀ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੂੰ ਪਕੜਨਾ ਤੇ ਕਿਵੇਂ ਪਕੜਾਂਗੇ, ਕਿਵੇਂ ਉਹਨਾਂ ਤੋਂ ਇਹ ਫਤਿਹ ਪ੍ਰਾਪਤ ਕਰਾਂਗੇ, ਵਿਚਾਰ ਬਣਾਉਣਾ ਕੀਤੀ ਆਪਣੇ ਹਿਰਦੇ ਅੰਦਰ। ਰਣਨੀਤੀ ਅਪਣਾ ਰਹੇ ਨੇ, ਬਣਾ ਰਹੇ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਤੇ ਸਿੱਖਾਂ ਨੂੰ ਵੀ ਸਤਿਗੁਰੂ ਜੀ ਨੇ ਹੁਕਮ ਦਿੱਤਾ ਪੂਰਨ ਤੌਰ ਤੇ। ਉਸ ਵੇਲੇ ਦਿਨ ਉਦੇ ਹੋਇਆ, ਥੋੜਾ ਥੋੜਾ ਦਿਸਣ ਲੱਗਿਆ ਮਿੱਟੀ ਦੀ ਜਿਹੜੀ ਧੂੜ ਸੀ ਉਹ ਵੀ ਬੈਠਣੀ ਸ਼ੁਰੂ ਹੋ ਗਈ। ਤੇ ਬਾਅਦ ਵਿੱਚ ਇਹਨਾਂ ਨੇ ਵਿਚਾਰ ਬਣਾਈ, ਕਹਿੰਦੇ 4 ਹਿੱਸਿਆਂ ਦੇ ਵਿੱਚ ਫੌਜ ਨੂੰ ਵੰਡ ਦਿੱਤਾ ਜਾਵੇ। ਇਹ ਪਾਪੀ ਦਲ ਨੇ ਵਿਚਾਰ ਬਣਾਈ। ਉਸ ਵੇਲੇ ਕੁਤਬ ਖਾਨ ਨੂੰ ਕਹਿੰਦੇ ਪੂਰਬ ਦਿਸ਼ਾ ਦੇ ਵੱਲ 10,000 ਫੌਜ ਦੇ ਕੇ ਭੇਜਣਾ ਕੀਤਾ। ਤੁਸੀਂ ਇੱਧਰ ਪੂਰਬ ਦਿਸ਼ਾ ਵੱਲ 10,000 ਦੀ ਫੌਜ ਪ੍ਰਾਪਤ ਕਰਕੇ ਚੜ੍ਹਾਈ ਕਰਨੀ ਸਤਿਗੁਰ ਦੇ ਸਿੱਖਾਂ ਦੇ ਉੱਤੇ। ਫਿਰ ਅਸੀਂ ਚਾਰੇ ਦਿਸ਼ਾਵਾਂ ਦੇ ਵੱਲ ਜਦੋਂ ਚੜ੍ਹਾਈ ਕਰਕੇ ਜਾਵਾਂਗੇ, ਇਹਨਾਂ ਨੂੰ ਭੱਜਣ ਨਹੀਂ ਦੇਣਾ, ਇਹਨਾਂ ਨੂੰ ਮਾਰ ਕੇ ਸਤਿਗੁਰੂ ਜੀ ਨੂੰ ਬੰਦੀ ਬਣਾ ਲੈਣਾ। ਉਸ ਤੋਂ ਉਪਰੰਤ ਕਹਿੰਦੇ ਅਨਵਰ ਖਾਂ ਤੇ ਅਸਮਾਨ ਖਾਂ, ਜਿਹੜਾ ਪੈਂਦੇ ਖਾਂ ਪਠਾਨ ਦਾ ਜਵਾਈ ਹੈ ਅਸਮਾਨ ਖਾਂ, ਅਨਵਰ ਖਾਨ ਤੇ ਅਸਮਾਨ ਖਾਂ ਦੋਨਾਂ ਜਣਿਆਂ ਨੂੰ 10,000 ਦੀ ਫੌਜ ਦੇ ਕੇ ਦੱਖਣ ਵੱਲ ਭੇਜ ਦਿੱਤਾ ਗਿਆ। ਉਸ ਤੋਂ ਉਪਰੰਤ ਕਹਿੰਦੇ ਉੱਤਰ ਦਿਸ਼ਾ ਵੱਲ ਪੈਂਦੇ ਖਾਂ ਪਠਾਨ ਨੂੰ ਭੇਜ ਦਿੱਤਾ ਗਿਆ ਸੈਨਾ ਦੇ ਕੇ। ਤੇ ਇਧਰ ਪੱਛਮ ਦਿਸ਼ਾ ਵੱਲ ਕਹਿੰਦੇ ਕਾਲੇ ਖਾਂ ਆਪ ਚਲਾ ਗਿਆ, ਵੱਡੇ ਪੱਧਰ ਦੇ ਫੌਜ ਪ੍ਰਾਪਤ ਕਰਕੇ। ਇਹ ਕਹਿੰਦੇ ਆਪਾਂ ਇਦਾਂ ਕਰਕੇ ਰਣਨੀਤੀ ਅਪਣਾ ਕੇ ਵਿਚਾਰ ਬਣਾ ਕੇ ਉਦਾਂ ਦੀ ਵਿਚਾਰ ਬਣਾ ਕੇ ਸਤਿਗੁਰੂ ਜੀ ਦੇ ਉੱਤੇ ਹਮਲਾ ਕਰਾਂਗੇ, ਵੱਡਾ ਨੁਕਸਾਨ ਪਹੁੰਚਾਵਾਂਗੇ। ਕਦਾਚਿਤ ਵੀ ਕਿਸੇ ਤੇ ਤਰਸ ਨਹੀਂ ਕਰਨਾ, ਕਦਾਚਿਤ ਵੀ ਕਿਸੇ ਨੂੰ ਮਾਰ ਲੱਗਿਆ ਹਿਰਦੇ ਵਿੱਚ ਦਇਆ ਨਹੀਂ ਕਰਨੀ। ਤਦ ਛੰਦ ਦੇ ਵਿੱਚ ਵੱਡੇ ਪੱਧਰ ਵਿੱਚ ਸਤਿਗੁਰ ਦਾ ਨੁਕਸਾਨ ਪਹੁੰਚਾਈਏ। ਜਿਵੇਂ ਇਹਨਾਂ ਨੇ ਸਾਡੀ ਫੌਜ ਮਾਰੀ ਹੈ, ਜਿਵੇਂ ਇਹਨਾਂ ਨੇ ਸਾਡਾ ਨੁਕਸਾਨ ਕੀਤਾ, ਵੱਡੇ ਪੱਧਰ ਤੇ ਭਾਰੇ ਰੂਪ ਦੇ ਵਿੱਚ ਅਸੀਂ ਵੀ ਇਹਨਾਂ ਦਾ ਨੁਕਸਾਨ ਕਰਾਂਗੇ। ਬਾਅਦ ਵਿੱਚ ਇਹਨਾਂ ਨੂੰ ਫੇਰ ਪਤਾ ਲੱਗੇਗਾ ਸਾਡੀ ਵੱਡੀ ਫੌਜ ਮਾਰਨ ਦਾ ਇਹਨਾਂ ਨੂੰ ਹਰਜਾਨਾ ਭੁਗਤਣਾ ਪਵੇਗਾ। ਏਦਾਂ ਰਣਨੀਤੀ ਬਣਾ ਕੇ ਕਹਿੰਦੇ ਕੁਤਬ ਖਾਨ ਨੂੰ ਪੂਰਬ ਦਿਸ਼ਾ ਵੱਲ 10,000 ਦੀ ਫੌਜ ਦੇ ਕੇ ਭੇਜ ਦਿੱਤਾ। ਅਨਵਰ ਖਾਨ ਤੇ ਅਸਮਾਨ ਖਾਨ ਨੂੰ 10,000 ਦੀ ਫੌਜ ਦੇ ਕੇ ਇਧਰ ਦੱਖਣ ਵੱਲ ਭੇਜ ਦਿੱਤਾ। ਤੇ ਪੈਂਦੇ ਖਾਂ ਪਠਾਨ ਕਹਿੰਦੇ ਉੱਤਰ ਦਿਸ਼ਾ ਵੱਲ ਚਲਾ ਗਿਆ, ਕਾਲੇ ਖਾਂ ਆਪ ਪੱਛਮ ਦਿਸ਼ਾ ਵੱਲ ਚਲਾ ਗਿਆ, ਜਿਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੌਜ ਹੈ। ਤੇ ਇਧਰ ਸਤਿਗੁਰ ਦੇ ਸਿੱਖ ਭਾਈ ਵਿਧੀ ਚੰਦ ਨੂੰ ਪਤਾ ਲੱਗਿਆ ਪਾਪੀ ਦੀ ਰਣਨੀਤੀ ਨੂੰ। ਭਾਈ ਵਿਧੀ ਚੰਦ ਨੇ ਜਾਣ ਲਿਆ ਕਿ ਪਾਪੀ ਦੀ ਸੋਚ ਕੀ ਹੈ, ਵਿਚਾਰ ਕੀ ਹੈ। ਉਸ ਵੇਲੇ ਆ ਕੇ ਸਤਿਗੁਰੂ ਜੀ ਨੂੰ ਦੱਸਿਆ, ਸਤਿਗੁਰੂ ਜੀ ਇਦਾਂ ਪਾਪੀ ਵੈਰੀ ਨੇ ਰਣਨੀਤੀ ਅਪਣਾਈ ਹੈ, ਇਦਾਂ ਦੀ ਵਿਉਂਤ ਬਣਾਈ ਹੈ, ਘੇਰਾਬੰਦੀ ਪਾਉਣ ਲੱਗੇ ਨੇ। ਆਪ ਜੀ ਵੀ ਕੋਈ ਹੁਕਮ ਕਰੋ, ਇਹਨਾਂ ਦਾ ਜਵਾਬ ਦਈਏ, ਇਹਨਾਂ ਦਾ ਮੁਕਾਬਲਾ ਕਰੀਏ। ਸਤਿਗੁਰੂ ਜੀ ਨੇ ਉਸ ਵੇਲੇ ਹੁਕਮ ਕੀਤਾ, ਕਹਿੰਦੇ ਆਪਾਂ ਵੀ ਫਿਰ 4 ਦਿਸ਼ਾ ਦੇ ਵੱਲ ਚਾਰੇ ਰੂਪ ਦੇ ਵਿੱਚ 4 ਹਿੱਸਿਆਂ ਦੇ ਵਿੱਚ ਸਿੱਖ ਸੰਗਤ ਫੌਜ ਸੂਰਮੇ ਵੰਡ ਦਈਏ। ਉਸ ਵੇਲੇ ਕਹਿੰਦੇ ਭਾਈ ਜਾਤੀ ਮਲਕ ਸਤਿਗੁਰ ਦਾ ਬੜਾ ਸਿੱਖ ਸੂਰਮਾ, ਇਹਨੇ ਕਹਿੰਦੇ ਨਿਥਾਣੇ ਦੀ ਜੰਗ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਕਹਿੰਦੇ ਪਾਪੀਆਂ ਦੇ ਦਲ ਨੂੰ ਸੁਧਣਾ ਕੀਤਾ, ਮਾਰਨਾ ਕੀਤਾ ਸੀ। ਬਹੁਤ ਵੱਡੇ ਪੱਧਰ ਦੇ ਵਿੱਚ ਇਹਨੇ ਸਤਿਗੁਰ ਦੇ ਸਨਮੁਖ ਰਹਿ ਕੇ ਗੁਰੂ ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਕਰਕੇ ਪਾਪੀਆਂ ਨੂੰ ਮੌਤ ਦੇ ਘਾਟ ਉਤਾਰਿਆ। ਹੁਣ ਭਾਈ ਜਾਤੀ ਮਲਕ ਇਹਨੇ ਸਤਿਗੁਰ ਦਾ ਹੁਕਮ ਮੰਨ ਕੇ
ਆਪਣੇ ਨਾਲ ਸਿੱਖ ਸੂਰਮੇ ਲਏ ਨੇ ਕੁਝ ਕੁ ਗਿਣਤੀ ਵਿੱਚ। ਇਹ ਜਿੱਦਣ ਕਹਿੰਦੇ ਕੁਤਬ ਖਾਨ ਗਿਆ ਏ ਪੂਰਵ ਦਿਸ਼ਾ ਵੱਲ, ਕੁਤਬ ਖਾਨ ਦੀ 10,000 ਦੀ ਫੌਜ ਦਾ ਮੁਕਾਬਲਾ ਕਰਨ ਵਾਸਤੇ ਜਾਤੀ ਮਲਕ ਕਹਿੰਦੇ ਡਟਣਾ ਕੀਤਾ ਇੱਧਰ ਪੂਰਵ ਦਿਸ਼ਾ ਵੱਲ। ਉਸ ਤੋਂ ਉਪਰੰਤ ਕਹਿੰਦੇ ਜਿੱਧਰ ਅਨਵਰ ਖਾਂ ਤੇ ਮਲਕ ਉਸਮਾਨ ਖਾਂ ਇਹ 10,000 ਦੀ ਫੌਜ ਦੀ ਗਿਣਤੀ ਵਿੱਚ ਗਿਆ, ਉਧਰ ਕਹਿੰਦੇ ਭਾਈ ਮਿਹਰ ਚੰਦ ਤੇ ਅਮੀਆਂ, ਭਾਈ ਅਮੀਆਂ ਦੋਨੋਂ ਸਿੱਖ ਸਤਿਗੁਰ ਦੇ ਪਿਆਰੇ ਸੂਰਮੇ, ਉਹਨਾਂ ਨੇ ਦੱਖਣ ਵੱਲ 10,000 ਦੀ ਫੌਜ ਦਾ ਮੁਕਾਬਲਾ ਕਰਨ ਵਾਸਤੇ ਨਾਲ ਆਪਣੇ ਕੁਝ ਸਿੱਖ ਲਏ ਨੇ। ਅਨਵਰ ਖਾਂ ਤੇ ਉਸਮਾਨ ਖਾਂ ਦੇ ਸਾਹਮਣੇ ਡਟਣ ਵਾਸਤੇ ਤਿਆਰ ਹੋ ਗਏ ਨੇ। ਬਾਅਦ ਵਿੱਚ ਪੈਂਦੇ ਖਾਂ ਪਠਾਨ ਜਿੱਧਰ ਉੱਤਰ ਦਿਸ਼ਾ ਵੱਲ ਗਿਆ, ਇੱਧਰ ਸਤਿਗੁਰ ਦਾ ਪਿਆਰਾ ਅੰਨ ਸੇਵਕ ਭਾਈ ਲੱਖੂ ਜੀ, ਜਿਹਦੇ ਉੱਤੇ ਸਤਿਗੁਰ ਦੀ ਪੂਰਨ ਕਿਰਪਾ ਰਹਿਮਤ ਹੈ, ਤੇ ਭਾਈ ਲੱਖੂ ਜੀ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇੱਕ ਵਰਸ਼ੀ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਜੀ ਨੇ ਵਰਸ਼ੀ ਪ੍ਰਦਾਨ ਕੀਤੀ ਸੀ। ਇਹਦੇ ਕੋਲ ਇੱਕ ਵਰਸ਼ੀ ਹੈ ਗੁਰੂ ਸਤਿਗੁਰੂ ਜੀ ਦੀ। ਇਹ ਕਾਫੀ ਸਤਿਗੁਰ ਦੇ ਹੁਕਮ ਨੂੰ ਮੰਨਦਾ, ਸਤਿਗੁਰ ਦੇ ਸ਼ਸਤਰਾਂ ਵਸਤਰਾਂ ਦੀ ਦੇਖ ਰੇਖ ਕਰਦਾ ਭਾਈ ਲੱਖੂ ਜੀ ਹੁਣੇ ਜਿੱਧਰ ਪੈਂਦੇ ਖਾਂ ਪਠਾਨ ਉੱਤਰ ਦਿਸ਼ਾ ਵੱਲ ਗਿਆ, ਕਹਿੰਦੇ ਉਧਰ ਵੱਲ ਪੈਂਦੇ ਖਾਂ ਪਠਾਨ ਦੇ ਨਾਲ ਮੁਕਾਬਲਾ ਕਰਨ ਵਾਸਤੇ ਆਪਣੇ ਨਾਲ ਕੁਝ ਸਿੱਖ ਸੂਰਮੇ ਲਏ ਨੇ, ਤੇ ਕਹਿੰਦੇ ਉੱਥੇ ਜਾ ਕੇ ਡਟਣਾ ਕੀਤਾ ਉੱਤਰ ਦਿਸ਼ਾ ਵੱਲ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਉਸ ਤੋਂ ਉਪਰੰਤ ਕਹਿੰਦੇ ਭਾਈ ਵਿਧੀ ਚੰਦ ਜੀ ਇਹ ਪੱਛਮ ਦਿਸ਼ਾ ਵੱਲ ਚਲੇ ਗਏ ਨੇ, ਜਿੱਧਰ ਕਹਿੰਦੇ ਪੈਂਦੇ ਖਾਂ ਪਠਾਨ ਖੁਦ ਆਪ ਵਾਹਿਗੁਰੂ ਕਾਲੇ ਖਾਂ ਖੁਦ ਆਪ ਡਟਣਾ ਕੀਤਾ ਏ, ਤੇ ਕਾਲੇ ਖਾਂ ਨੂੰ ਬੜੀ ਭਾਰੀ ਰੂਪ ਦੇ ਵਿੱਚ ਵੱਡਾ ਪੱਧਰ ਦੇ ਉੱਤੇ ਨੁਕਸਾਨ ਪਹੁੰਚਾਉਣ ਵਾਸਤੇ ਸਤਿਗੁਰ ਦੇ ਹੁਕਮ ਨੂੰ ਮੰਨਣ ਵਾਸਤੇ ਭਾਈ ਵਿਧੀ ਚੰਦ ਆਪ ਡਟ ਗਏ ਨੇ, ਜੋ ਕਿ ਬਹੁਤ ਵੱਡੇ ਸੂਰਮੇ ਨੇ। ਭਾਈ ਵਿਧੀ ਚੰਦ ਬੜੇ ਫੁਰਤੀਲੇ ਨੇ, ਸਤਿਗੁਰ ਦੀ ਕਿਰਪਾ ਰਹਿਮਤ ਹੈ ਇਹਨਾਂ ਦੇ ਉੱਤੇ। ਸਤਿਗੁਰ ਦੇ ਸਿੱਖ ਸੂਰਮੇ ਆਪ ਉਸ ਦਸ਼ਾ ਵੱਲ ਚਲੇ ਗਏ ਨੇ ਜਿੱਧਰ ਜਿੱਧਰ ਪਾਪੀਆਂ ਨੇ ਆਪਣੇ ਦਲ ਨੂੰ ਵੰਡ ਕੇ ਚਾਰੇ ਦਿਸ਼ਾ ਵੱਲ ਗੁਰੂ ਸਤਿਗੁਰ ਦੇ ਸਿੱਖਾਂ ਤੇ ਔਰ ਸਤਿਗੁਰ ਦੇ ਉੱਤੇ ਚੜ੍ਹਾਈ ਕਰਨ ਦੀ ਵਿਚਾਰ ਬਣਾਈ ਹੈ। ਇਹ ਚਾਰੇ ਦਿਸ਼ਾਵਾਂ ਦੇ ਵੱਲ ਕਹਿੰਦੇ ਵਰਤੇ ਗਏ ਨੇ, ਵੰਡੇ ਗਏ ਨੇ, ਤੇ ਸਤਿਗੁਰ ਦੇ ਸਿੱਖ ਵੀ ਇਸੇ ਤਰ੍ਹਾਂ ਵੰਡੇ ਗਏ। ਹੁਣ ਜਿਵੇਂ ਜਿਵੇਂ ਆਉਣਗੇ ਉਵੇਂ ਉਵੇਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਨੂੰ ਮੂੰਹ ਦੀ ਮਾਰ ਮਾਰ ਕੇ ਨਰਕਾਂ ਦੇ ਵਿੱਚ ਪਾ ਦਿੱਤਾ ਜਾਵੇਗਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰ ਜੀ ਆਪ ਜਾਨ ਭਾਈ ਘੋੜੇ ਦੇ ਉੱਤੇ ਸਵਾਰ ਹੋਏ ਨੇ, ਜਿਨ੍ਹਾਂ ਨੇ ਤੀਰਾਂ ਦਾ ਪੱਥਾ ਪੂਰਨ ਤੌਰ ਤੇ ਭਰ ਲਿਆ, ਤਿਆਰੀ ਕਰ ਲਈ ਹੈ। ਮੇਰੀ ਪੀਰੀ ਦੀਆਂ ਕਿਰਪਾਨਾਂ ਗਾਤਰੇ ਪਹਿਨ ਲੈਣਾ ਕੀਤੀਆਂ ਨੇ, ਤੇ ਉਸ ਵੇਲੇ ਗੁਰੂ ਪਿਆਰੇ ਸਤਿਗੁਰ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਉਹ ਵੀ ਪੂਰਨ ਤੌਰ ਤੇ ਡਟ ਗਏ ਨੇ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਇਦਾਂ ਵੱਡੇ ਪੱਧਰ ਦੇ ਉੱਤੇ ਜੰਗ ਮੈਦਾਨ ਦੇ ਵਿੱਚ ਵੱਡਾ ਇਹ ਜਿਹੜਾ ਮੁਕਾਬਲਾ ਕਰਨ ਵਾਸਤੇ ਦੋਨਾਂ ਪਾਸਿਆਂ ਤੋਂ ਫੌਜ ਡਟ ਜਾਣਾ ਕੀਤੀ, ਤੇ ਕਹਿੰਦੇ ਉਸ ਵੇਲੇ ਕੁਤਬ ਖਾਂ ਪੂਰਬ ਦਿਸ਼ਾ ਵੱਲ 10,000 ਦੀ ਫੌਜ ਲੈ ਕੇ ਹਮਲਾ ਕਰਨ ਲੱਗਿਆ, ਤੇ ਭਾਈ ਜਾਤੀ ਮਲਕ ਜੋ ਸਿੱਖਾਂ ਸਮੇਤ ਇੱਧਰ ਡਟਿਆ ਸੀ, ਉਹਨੇ ਪੈਂਦੇ ਪਠਾਨ ਦੇ ਸਮੇਤ ਕਾਫੀ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਭਾਰੀ ਨੁਕਸਾਨ ਪਹੁੰਚਾ ਦਿੱਤਾ। ਹੁਣ ਦੋਨਾਂ ਪਾਸਿਆਂ ਤੋਂ ਬਹੁਤ ਭਿਆਨਕ ਯੁੱਧ ਮਚਣਾ ਕੀਤਾ, ਕੱਟ ਵੱਢ ਹੋਈ, ਭਾਰੀ ਰੂਪ ਦੇ ਵਿੱਚ ਮੁਕਾਬਲੇ ਹੋਣੇ ਸ਼ੁਰੂ ਹੋ ਗਏ। ਸਤਿਗੁਰ ਦੇ ਸਿੱਖ ਜਿਉਂ ਹੀ ਨਿਸ਼ਾਨਾ ਬਿੰਨ ਕੇ ਰਾਈਫਲਾਂ ਦਾ ਨਿਸ਼ਾਨਾ ਮਾਰਦੇ ਨੇ, ਸਾਧਦੇ ਨੇ, ਤੇ ਪਾਪੀ ਦਲ ਦੀ ਕਾਫੀ ਫੌਜ ਮਰ ਕੇ ਕੱਟ ਵੱਢ ਕੇ
ਧਰਤੀ ਤੇ ਡਿੱਗਦੀ ਜਿਵੇਂ ਕਹਿੰਦੇ ਪੱਤ ਝੜਦੀ ਰੁੱਤ ਦੇ ਵਿੱਚ ਕਿਸੇ ਦਰਖਤ ਦੇ ਉੱਤੋਂ ਪੱਤੇ ਝੜ ਕੇ ਡਿੱਗਦੇ ਹੋਣ, ਇਦਾਂ ਪ੍ਰਤੀਤ ਹੁੰਦਾ। ਕਾਫੀ ਵੱਡੇ ਪੱਧਰ ਦੇ ਵਿੱਚ ਵਿਚਾਰ ਵਰਨਾ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਮਾਰ ਦੇ ਸਿੱਖਾਂ ਨੇ ਪਾਪੀ ਦਲ ਨੂੰ ਕਾਫੀ ਨੁਕਸਾਨ ਪਹੁੰਚਾਇਆ। ਜਿੱਥੇ ਲਾਸ਼ਾਂ ਦੇ ਢੇਰ ਲੱਗ ਗਏ ਨੇ, ਬਹੁਤ ਵੱਡੇ ਪੱਧਰ ਤੇ ਪਾਪੀ ਦਲ ਮਾਰ ਦਿੱਤੇ ਗਏ ਨੇ। ਸਤਿਗੁਰ ਦੇ ਸਿੱਖ ਸੂਰਮੇ ਜਿਉਂ ਹੀ ਨਿਸ਼ਾਨਾ ਬਿੰਨ ਕੇ ਛੱਡਦੇ ਨੇ ਤੇ ਪਾਪੀਆਂ ਨੂੰ ਤਦਸ਼ਨ ਦੇ ਵਿੱਚ ਮੌਤ ਦੇ ਘਾਟ ਉਤਾਰ ਕੇ ਧਰਤੀ ਤੇ ਸੁੱਟ ਦਿੰਦੇ ਨੇ। ਇਦਾਂ ਕਾਫੀ ਰੂਪ ਦੇ ਵਿੱਚ ਜੰਗ ਮੈਦਾਨ ਦੇ ਵਿੱਚ ਧੜਥਲ ਮੱਚੀ ਹੈ। ਬਹੁਤ ਭਿਆਨਕ ਰੂਪ ਦੇ ਵਿੱਚ ਜੰਗ ਮੈਦਾਨ ਦੇ ਅੰਦਰ ਇਦਾਂ ਦਾ ਦ੍ਰਿਸ਼ ਪ੍ਰਾਪਤ ਹੋਇਆ। ਕਹਿੰਦੇ ਹੁਣ ਜਿਸ ਵੇਲੇ ਲਾਸ਼ਾਂ ਤੇ ਲਾਸ਼ਾਂ ਪਈਆਂ, ਲੋਥਾਂ ਤੇ ਲੋਥਾਂ ਪਈਆਂ ਨੇ, ਕਹਿੰਦੇ ਗਿੱਦੜ ਉਹਨਾਂ ਲਾਸ਼ਾਂ ਦੇ ਮਾਸ ਨੂੰ ਪ੍ਰਾਪਤ ਕਰਦੇ ਖਾ ਰਹੇ ਨੇ, ਗਿਰਜਾਂ ਖਾ ਰਹੀਆਂ ਨੇ। ਧਰਤੀ ਲਾਲ ਰੰਗ ਦੀ ਹੋ ਗਈ, ਗਿੱਲੀ, ਤੇ ਉਸ ਵੇਲੇ ਕੱਚੀ ਹੋਣ ਦੇ ਕਾਰਨ ਕਰਕੇ, ਘੋੜਿਆਂ ਦੇ ਲਤਾੜਨ ਕਰਕੇ, ਸੂਰਮਿਆਂ ਫੌਜਾਂ ਦੇ ਲਤਾੜਨ ਕਾਰਨ ਕਰਕੇ ਕਹਿੰਦੇ ਗਿੱਲੀ ਹੋ ਕੇ ਗਾਰੇ ਦੇ ਵਿੱਚ ਤਬਦੀਲ, ਲਾਲ ਰੰਗ ਦੇ ਗਾਰੇ ਵਿੱਚ ਤਬਦੀਲ ਹੋ ਗਈ ਹੈ। ਤੇ ਉਸ ਵਕਤ ਜਿੱਥੇ ਦਿਖਦਾ ਖੂਨ ਖਿਲ ਰਿਹਾ, ਡੁੱਲਿਆ, ਲੋਥਾਂ ਤੇ ਲੋਥਾਂ ਪਈਆਂ ਨੇ, ਜਿਉਂ ਦੇ ਤਿਉਂ ਕਹਿੰਦੇ ਉਹ ਜਿਹੜੇ ਪਾਪੀ ਦਲ ਦੇ ਸੂਰਮੇ ਨੇ ਡਿੱਗੇ ਜਾਂਦੇ ਨੇ। ਕੋਈ ਕਿਵੇਂ ਪਿਆ, ਕੋਈ ਕਿਵੇਂ ਪਿਆ, ਐ ਪ੍ਰਤੀਤ ਹੁੰਦਾ ਜਿਵੇਂ ਕਹਿੰਦੇ ਕੋਈ ਬਹੁਤੇ ਸਖਤ ਮਜ਼ਦੂਰੀ ਕਰਕੇ ਕੋਈ ਮਜ਼ਦੂਰ ਥੱਕ ਹਾਰ ਕੇ ਛਾਮ ਦੇ ਵਿਖੇ ਡਿੱਗਿਆ ਪਿਆ ਵੇ, ਸੁੱਤਾ ਪਿਆ ਹੋਵੇ, ਇਦਾਂ ਪ੍ਰਤੀਤ ਹੁੰਦਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਾਰ ਦੇ ਸਿੱਖਾਂ ਨੇ ਉਸ ਵੇਲੇ ਕਾਫੀ ਵੱਡੇ ਪੱਧਰ ਤੇ ਪਾਪੀ ਦਲ ਦੀ ਜਿਹੜੀ ਫੌਜ ਹੈ ਮਾਰ ਦਿੱਤੀ ਹੈ। ਤੇ ਬਾਅਦ ਵਿੱਚ ਕਹਿੰਦੇ ਕਾਲੇ ਖਾਂ ਨੇ ਬੜਾ ਘਬਰਾਉਣਾ ਕੀਤਾ। ਇਹ ਕਾਰਨ ਕੀ ਹੋਇਆ? ਸਤਿਗੁਰੂ ਜੀ ਦੇ ਕੋਲ ਤੇ ਆਪਾਂ ਨੂੰ ਇਹ ਵਿਚਾਰ ਪ੍ਰਾਪਤ ਹੋਈ ਸੀ ਕਿ ਕੁਝ ਕੁ ਸਿੱਖ ਨੇ, ਪਰ ਇਹਨਾਂ ਕੁਝ ਕੁ ਸਿੱਖਾਂ ਦੀ ਗਿਣਤੀ ਨੇ ਸਾਡੇ ਵੱਡੇ ਫੌਜ ਦੀ ਗਿਣਤੀ ਨੂੰ ਕਹਿੰਦੇ ਤਦਸ਼ਨ ਦੇ ਵਿੱਚ ਖਤਮ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਕਹਿੰਦੇ ਕਾਲੇ ਖਾਂ ਬੜਾ ਘਬਰਾਇਆ। ਉਹਨੇ ਆਪਣੀ ਫੌਜ ਨੂੰ ਲਲਕਾਰ ਕੇ ਆਖਿਆ, ਉਹ ਬੁਜ਼ਦਲੋ, ਤੁਸੀਂ ਇਹ ਸਤਿਗੁਰ ਦੇ ਥੋੜੇ ਸਿੱਖਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹਨਾਂ ਨੂੰ ਥੋੜੇ ਜੋਸ਼ ਦੇ ਵਿੱਚ ਹੀ ਬਹੁਤਾ ਨੁਕਸਾਨ ਪਹੁੰਚਾ ਕੇ ਫਤਿਹ ਪ੍ਰਾਪਤ ਕਰ ਲਓ, ਤਾਦੇ ਸ਼ਾਹਜਹਾਨ ਕੋਲ ਤੁਹਾਨੂੰ ਵੱਡੇ ਇਨਾਮ ਦੀ ਪ੍ਰਾਪਤੀ ਹੋਵੇਗੀ। ਤੁਸੀਂ ਵੱਡੇ ਇਨਾਮ ਦੀ ਪ੍ਰਾਪਤੀ ਕਰਕੇ ਆਪਣਾ ਜੀਵਨ ਵਧੀਆ ਗੁਜ਼ਾਰ ਸਕੋਗੇ। ਤੁਹਾਡੇ ਕੋਲ ਕੁਝ ਵੱਡੇ ਅਹੁਦੇ ਪ੍ਰਾਪਤ ਹੋਣਗੇ। ਤੁਸੀਂ ਸਤਿਗੁਰ ਦੇ ਸਿੱਖਾਂ ਨੂੰ ਤੇ ਸਤਿਗੁਰ ਜੀ ਨੂੰ ਤਦਸ਼ਨ ਦੇ ਵਿੱਚ ਬੜੇ ਜੋਸ਼ ਦੇ ਨਾਲ ਹਮਲਾ ਕਰਕੇ ਪ੍ਰਾਪਤ ਕਰ ਲਓ, ਪਕੜ ਲਓ, ਤੇ ਤੁਹਾਡੇ ਦੇ ਉੱਤੇ ਸ਼ਾਹਜਹਾਨ ਬੜਾ ਖੁਸ਼ ਹੋਵੇਗਾ। ਉਸ ਵੇਲੇ ਕਹਿੰਦੇ ਕਾਲੇ ਖਾਂ ਨੇ ਜਦੋਂ ਇਦਾਂ ਦੇ ਜੋਸ਼ ਭਰੇ ਵਚਨ ਕਹੇ ਤੇ ਕਹਿੰਦੀ ਜਿਹੜੀ ਫੌਜ ਸੀ ਜਿਨ੍ਹਾਂ ਦਾ ਮਨੋਂ ਵੱਲ ਟੁੱਟਦਾ ਜਾ ਰਿਹਾ ਸੀ, ਉਹਨਾਂ ਨੇ ਆਪਣੇ ਹਿਰਦੇ ਵਿੱਚ ਇਹ ਬਚਨ ਸੁਣ ਕੇ ਜਕਦਮ ਕਹਿੰਦੇ ਇਦਾਂ ਦੀ ਫੁਰਤੀ ਪ੍ਰਾਪਤ ਕੀਤੀ, ਇਦਾਂ ਦੀ ਤਬਦੀਲੀ ਪ੍ਰਾਪਤੀ ਕੀਤੀ ਹੈ। ਉਹ ਕਹਿੰਦੇ ਜੋਸ਼ ਦੇ ਨਾਲ ਭਰੇ ਗਏ, ਸਤਿਗੁਰ ਦੇ ਸਿੱਖਾਂ ਦੇ ਉੱਤੇ ਹਮਲਾ ਕੀਤਾ ਤੇ ਇਧਰ ਸਿੱਖ ਵੀ ਗੁਰੂ ਸਤਿਗੁਰ ਦੇ ਕਾਫੀ ਸ਼ਹੀਦ ਹੋ ਗਏ। ਗੁਰੂ ਸਤਿਗੁਰ ਦੇ ਸਿੱਖ ਸ਼ਹੀਦ ਹੋਏ ਨੇ। ਕੱਟ ਵੱਢ ਪੂਰਨ ਤੌਰ ਤੇ ਸ਼ੁਰੂ ਹੋਈ ਹੈ। ਸਤਿਗੁਰ ਦੇ ਸਿੱਖਾਂ ਨੇ ਆਪ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜੰਗੇ ਮੈਦਾਨ ਦੇ ਵਿੱਚ ਜੂਝ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਹੈ। ਆਪਣਾ ਜੀਵਨ ਲੇਖੇ ਲਾ ਕੇ ਸਤਿਗੁਰ ਦੇ ਸਨਮੁਖ ਬਤੀਤ ਕਰਕੇ ਸੱਚਖੰਡ ਦੀ ਪ੍ਰਾਪਤੀ ਕੀਤੀ ਹੈ। ਜਨਮ ਮਰਨ ਦੇ ਚੱਕਰਾਂ ਤੋਂ ਰਹਿਤ ਹੋਣਾ ਕੀਤਾ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ। ਉਸ ਵੇਲੇ ਕਹਿੰਦੇ ਇਦਾਂ ਵੱਡੇ ਪੱਧਰ ਤੇ ਇਹ ਜੰਗ ਮੈਦਾਨ ਦੇ ਵਿੱਚ ਦੋਨਾਂ ਪਾਸਿਆਂ ਤੋਂ ਬਹੁਤ ਭਿਆਨਕ ਰੂਪ ਦੇ ਅੰਦਰ ਇਦਾਂ ਦਾ ਦ੍ਰਿਸ਼ ਦੇਖਣ ਨੂੰ ਪ੍ਰਾਪਤ ਹੋ ਰਿਹਾ। ਹੁਣ ਧਰਤੀ ਲਾਲ ਰੰਗ ਦੀ ਹੋਈ,
ਖੂਨ ਡੁੱਲਦਾ ਜਿੱਥੇ ਖੂਨ ਡੁੱਲਦਾ ਏ, ਉਹ ਧਰਤੀ ਲਾਲ ਰੰਗ ਦੀ ਗਿੱਲੇ ਹੋ ਕੇ ਗਾਰੇ, ਲਾਲ ਗਾਰੇ ਦੇ ਵਿੱਚ ਤਬਦੀਲ ਹੁੰਦੀ ਜਾ ਰਹੀ ਹੈ। ਤੇ ਗੁਰੂ ਪਿਆਰਿਓ, ਕਈ ਦਫਾ ਘੋੜਿਆਂ ਸਮੇਤ ਧਰਤੀ ਤੇ ਡਿੱਗੇ ਪਏ ਸੂਰਮੇ, ਕਈਆਂ ਦੇ ਹੱਥ ਦੇ ਵਿੱਚ ਹੀ ਕਿਰਪਾਨਾਂ ਰਹਿ ਗਈਆਂ, ਕਈ ਕੱਟੇ ਵੱਢੇ ਗਏ ਨੇ, ਕਈਆਂ ਦੇ ਸਰੀਰ ਦੋ ਫਾੜ ਹੋ ਚੁੱਕੇ ਨੇ, ਕਈਆਂ ਦੇ ਸਰੀਰ ਨੂੰ ਦੇਖ ਕੇ ਪਛਾਣ ਵੀ ਨਹੀਂ ਹੁੰਦੀ ਇਹ ਕੌਣ ਹੈ। ਉਸ ਵੇਲੇ ਕਿਸੇ ਦੀ ਲੱਤ ਕੱਟੀ ਗਈ, ਕਿਸੇ ਦੀ ਬਾਂਹ ਕੱਟੀ ਗਈ, ਕਿਸੇ ਦਾ ਸਿਰ ਧੜ ਦੇ ਨਾਲੋਂ ਜੁਦਾ ਹੋ ਚੁੱਕੇ ਆ, ਕਿਸੇ ਦਾ ਕਿੱਦਾਂ ਦਾ ਕਰਕੇ ਗੁਰੂ ਪਿਆਰੋ ਦ੍ਰਿਸ਼ ਦੇਖਣ ਨੂੰ ਪ੍ਰਾਪਤ ਹੋਇਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਕਹਿੰਦੇ ਇਦਾਂ ਕਰਕੇ ਜੰਗ ਮੈਦਾਨ ਦੇ ਵਿੱਚ ਇਹ ਦ੍ਰਿਸ਼ ਦੇਖਣ ਨੂੰ ਪ੍ਰਾਪਤ ਹੋਇਆ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਵਰਤਾਈ ਜਾ ਰਹੇ ਨੇ, ਰਹਿਮਤਾਂ ਵਰਤਾਈ ਜਾ ਰਹੇ ਨੇ। ਉਸ ਵੇਲੇ ਥੋੜੇ ਸਿੱਖਾਂ ਤੋਂ ਕਾਫੀ ਵੱਡੀ ਪੱਧਰ ਦੇ ਵਿੱਚ ਪਾਪੀ ਦਲ ਦੀ ਫੌਜ ਨੂੰ ਮਾਰ ਦੇਣਾ ਕੀਤਾ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਣਾ ਕੀਤੀ ਹੈ। ਹੁਣ ਜਿਹੜਾ ਮਨ ਦੇ ਵਿੱਚ ਭੁਲੇਖਾ ਪੈਂਦੇ ਖਾਂ ਪਠਾਨ ਵਰਗਿਆਂ ਦੇ ਕਿ ਸਤਿਗੁਰੂ ਜੀ ਨੂੰ ਪਕੜ ਲਵਾਂਗੇ, ਬੰਦੀ ਬਣਾ ਲਵਾਂਗੇ, ਉਹ ਜਦੋਂ ਉਹਨਾਂ ਨੇ ਦੇਖਿਆ ਕਿ ਵੱਡੇ ਪੱਧਰ ਵਿੱਚ ਸਾਡੀ ਫੌਜ ਮਾਰ ਦਿੱਤੀ ਹੈ, ਹੁਣ ਪੈਂਦੇ ਖਾਂ ਪਠਾਨ ਵਰਗੇ ਮਨ ਦੇ ਵਿੱਚ ਉਹਨਾਂ ਦੇ ਇਹ ਯਕੀਨ ਬਣਨਾ ਸ਼ੁਰੂ ਹੋ ਗਿਆ ਕਿ ਸਤਿਗੁਰੂ ਜੀ ਤੋਂ ਜਿੱਤ ਪ੍ਰਾਪਤ ਕਰਨੀ ਬੜੀ ਔਖੀ ਹੈ। ਔਖੀ ਕੀ, ਇੱਕ ਪਾਸੇ ਕਹਿੰਦੇ ਨਾਮੁਮਕਿਨ ਹੈ, ਕਦਾਚਿਤ ਵੀ ਸਤਿਗੁਰੂ ਜੀ ਤੋਂ ਜਿੱਤ ਪ੍ਰਾਪਤ ਨਹੀਂ ਹੋ ਸਕਦੀ। ਹੁਣ ਉਹਨਾਂ ਨੇ ਜਦੋਂ ਦੇਖਿਆ ਕਾਫੀ ਵੱਡੀ ਪੱਧਰ ਵਿੱਚ ਫੌਜ ਮਰ ਗਈ ਹੈ, ਹੌਲੀ ਹੌਲੀ ਉਹਨਾਂ ਦਾ ਜਿਹੜਾ ਮਨ ਦਾ ਭੁਲੇਖਾ ਦੂਰ ਹੋਣਾ ਸ਼ੁਰੂ ਹੋਇਆ। ਸਤਿਗੁਰ ਦੇ ਸਿੱਖਾਂ ਦੇ ਉੱਤੇ ਗੁਰੂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਵਰਤਣੀ ਕੀਤੀ। ਤੇ ਇਧਰ ਪਾਪੀ ਦਲ ਚਾਰੇ ਦਿਸ਼ਾ ਵੱਲ ਕਹਿੰਦੇ ਟੁੱਟ ਕੇ ਪੈ ਰਹੇ ਨੇ ਗੁਰੂ ਸਤਿਗੁਰ ਦੇ ਸਿੱਖਾਂ ਤੇ। ਬਾਅਦ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਜਾਨ ਭਾਈ ਘੋੜੇ ਦੀ ਸਵਾਰੀ ਕੀਤੀ, ਆਪ ਤੀਰਾਂ ਦਾ ਪੱਥਾ ਭਰ ਕੇ ਜੰਗ ਮੈਦਾਨ ਦੇ ਵਿੱਚ ਨਿਤਰੇ ਨੇ। ਹੁਣ ਸਤਿਗੁਰੂ ਜੀ ਜਿੱਧਰ ਨੂੰ ਤੀਰ ਛੱਡਦੇ ਆ, ਪਾਪੀਆਂ ਦੇ ਸਰੀਰ ਨੂੰ ਉਹ ਤੀਰ ਦੇ ਵਿੱਚ ਇਉਂ ਪਰੋਈ ਜਾਂਦੇ ਨੇ, ਕਹਿੰਦੇ ਇੱਕ ਤੀਰ ਕਾਫੀ ਸਰੀਰਾਂ ਦੇ ਵਿੱਚ ਦੀ ਲੰਘ ਜਾਂਦਾ। 10-10 ਮਨੁੱਖ ਇੱਕ ਤੀਰ ਦੇ ਨਾਲ ਹੀ ਮਰ ਜਾਂਦੇ ਆ ਗੁਰੂ ਸਤਿਗੁਰ ਦੇ। ਉਸ ਵੇਲੇ ਸਤਿਗੁਰੂ ਜੀ ਤੀਰ ਛੱਡਦੇ ਨੇ, 10 ਜਾਣਿਆਂ ਮਨੁੱਖਾਂ ਦੇ ਵਿੱਚ ਦੀ ਇੱਕ ਤੀਰ ਲੰਘ ਜਾਂਦਾ। ਇਉਂ ਤੀਰ ਉਹਨਾਂ ਸਰੀਰਾਂ ਨੂੰ ਪਰੋ ਦਿੰਦਾ ਜਿਵੇਂ ਕਹਿੰਦੇ ਕਿਸੇ ਧਾਗੇ ਦੇ ਵਿੱਚ ਕੋਈ ਮਾਲਾ ਪਰੋਈ ਗਈ ਹੋਵੇ, ਇਦਾਂ ਪ੍ਰਤੀਤ ਹੁੰਦਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਿੱਖਾਂ ਨੂੰ ਵਡਿਆਈ ਦੇਣ ਵਾਸਤੇ, ਬਖਸ਼ਿਸ਼ ਰਹਿਮਤ ਦੇਣ ਵਾਸਤੇ ਆਪ ਉਸ ਵੇਲੇ ਜੰਗ ਮੈਦਾਨ ਦੇ ਵਿੱਚ ਨਿਤਰੇ ਨੇ ਗੁਰੂ ਸਤਿਗੁਰੂ ਜੀ। ਕਾਫੀ ਵੱਡੇ ਪੱਧਰ ਤੇ ਜਦੋਂ ਸਤਿਗੁਰੂ ਜੀ ਨੇ ਇਦਾਂ ਤੀਰ ਛੱਡੇ ਤੇ ਕੋਈ ਵੀ ਤੀਰ ਖਾਲੀ ਨਹੀਂ ਜਾਂਦਾ। ਹੁਣ 10 ਜਾਣਿਆਂ ਦੇ 12 ਜਾਣਿਆਂ ਦੇ ਸਰੀਰ ਨੂੰ ਤੀਰ ਇੱਕੋ ਹੀ ਬਿੰਨ ਕੇ ਰੱਖ ਦਿੰਦਾ। ਇਹ ਗੁਰੂ ਪਿਆਰਿਓ, ਕਾਫੀ ਵੱਡੀ ਪੱਧਰ ਦੇ ਵਿੱਚ ਇਦਾਂ ਪਾਪੀ ਦਲ ਦੀ ਫੌਜ ਗੁਰੂ ਸਤਿਗੁਰ ਦੇ ਤੀਰਾਂ ਨਾਲ ਹੀ ਮਰ ਗਈ ਹੈ। ਦੂਜੇ ਪਾਸੇ ਵੀ ਹੈ ਜਿਹੜਾ ਸਤਿਗੁਰ ਦੇ ਤੀਰ ਦੇ ਨਾਲ ਮਰਦਾ, ਉਹ ਸੱਚੀ ਦਰਗਾਹ ਦੇ ਵਿੱਚ ਕਹਿੰਦੇ ਪ੍ਰਾਪਤ ਹੋ ਜਾਂਦਾ। ਜਿਹੜਾ ਸਤਿਗੁਰ ਦੇ ਹੱਥੋਂ ਮਰਦਾ, ਅਜੇ ਇਸ ਵੇਲੇ ਗੁਰੂ ਸਤਿਗੁਰ ਜੀ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਤੇ ਰਸਤੇ ਵਿੱਚ ਸ਼ਿਕਾਰ ਜਦੋਂ ਖੇਡਦੇ ਆ, ਜਦੋਂ ਜੋ ਵੀ ਕੋਈ ਪਸ਼ੂ ਪੰਛੀ ਮਿਲਦਾ, ਗੁਰੂ ਸਤਿਗੁਰੂ ਜੀ ਦਾ ਸ਼ਿਕਾਰ ਕਰਦੇ ਨੇ ਤੇ ਉਸ ਪਸ਼ੂ ਪੰਛੀ ਦੀ 84 ਲੱਖ ਜੂਨ ਨਿਵਰਤ ਕਰ ਦਿੰਦੇ ਸਨ, ਖਤਮ ਕਰ ਦਿੰਦੇ ਸਨ, ਸੱਚੀ ਪ੍ਰਾਪਤੀ ਕਰਵਾ ਦਿੰਦੇ ਸਨ। ਹੁਣ ਇਸੇ ਤਰ੍ਹਾਂ ਜਿਹੜੇ ਪਾਪੀ ਦਲ ਦੇ ਵੈਰੀ ਨੇ, ਸੂਰਮੇ ਨੇ, ਉਹਨਾਂ ਨੂੰ ਜਦੋਂ ਸਤਿਗੁਰੂ ਜੀ ਤੀਰ ਮਾਰਦੇ ਤੇ ਕਾਫੀ ਜਣਿਆਂ ਦੇ ਸਰੀਰਾਂ ਦੇ ਵਿੱਚੋਂ ਦੀ ਤੀਰ ਲੰਘ ਜਾਂਦਾ ਤੇ ਪਾਪੀ ਦਲ ਦੇ ਜਿਹੜੇ ਉਹ ਤੁਰਕ ਸਨ, ਵੈਰੀ ਸਨ, ਉਹ ਸੱਚੀ ਦਰਗਾਹ ਨੂੰ ਪ੍ਰਾਪਤ ਹੋ ਜਾਂਦੇ। ਇਦਾਂ ਦੀ ਵਿਚਾਰ ਪ੍ਰਾਪਤ ਹੋ ਰਹੀ ਹੈ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਤੇ ਸਤਿਗੁਰੂ ਜੀ ਦੀ ਕਿਰਪਾ ਹੋਈ ਤਾਂ ਤੇ ਆਓ ਪਿਆਰੀ ਸੰਗਤ ਜੀਓ,
ਇਦਾਂ ਸਤਿਗੁਰੂ ਜੀ ਬਖਸ਼ਿਸ਼ਾਂ ਰਹਿਮਤਾਂ ਵਰਤਾਈ ਜਾ ਰਹੇ ਕਰਤਾਰਪੁਰ ਦੀ ਧਰਤੀ ਤੇ। ਆਓ ਜੋ ਕਥਾ ਵਿਚਾਰ ਦਾ ਸਮੇਂ ਸਮਾਪਤ ਹੋ ਚੁੱਕਿਆ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਜੀ ਕਿਵੇਂ ਕਰਕੇ ਪਾਪੀਆਂ ਦੇ ਦਲ ਨੂੰ ਸੋਧਦੇ ਨੇ, ਕਿਵੇਂ ਕਰਕੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਵਰਤਾਉਂਦੇ, ਸਿੱਖਾਂ ਦੇ ਉੱਤੇ ਇਹ ਵਡਿਆਈ ਪ੍ਰਦਾਨ ਕਰਦੇ, ਕਿਵੇਂ ਸਤਿਗੁਰੂ ਜੀ ਕਿਰਪਾ ਕਰਦੇ, ਫਤਿਹ ਪ੍ਰਾਪਤ ਕਰਦੇ ਆ। ਪੈਂਦੇ ਖਾਂ ਪਠਾਨ ਨੂੰ ਸਤਿਗੁਰੂ ਜੀ ਨੇ ਆਪਣੇ ਹੱਥੀ ਮਾਰਨਾ ਏ, ਤੇ ਇਧਰੋਂ ਇਹਦਾ ਜਵਾਈ ਅਸਬਾਨ ਖਾਂ, ਉਹਨੂੰ ਕਹਿੰਦੇ ਸਤਿਗੁਰ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਮਾਰਨਾ ਏ। ਕਿਵੇਂ ਜੰਗ ਮੈਦਾਨ ਦੇ ਵਿੱਚ ਮਾਰਦੇ ਆ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਸਤਿਗੁਰੂ ਜੀ ਦੀ ਵਿਚਾਰ ਅੱਜ ਦੀ ਇੱਥੋਂ ਤੱਕ ਪ੍ਰਵਾਨ ਕਰਨੀ। ਆਪਣੇ ਹੱਥੀ ਸਤਿਗੁਰੂ ਗੁਰੂ ਗੋਬਿੰਦ ਹਰਗੋਬਿੰਦ ਮਹਾਰਾਜ ਜੀ ਨੇ ਪੈਂਦੇ ਖਾਂ ਪਠਾਨ ਦੀ ਪਰਵਰਿਸ਼ ਕੀਤੀ ਹੈ, ਤੇ ਆਪਣੇ ਹੱਥੀ ਹੀ ਪੈਂਦੇ ਖਾਂ ਪਠਾਨ ਦਾ ਵੱਧ ਕਰਨਗੇ, ਮਾਰਨਗੇ ਉਹਨੂੰ। ਇਹ ਕਿਵੇਂ ਵਿਚਾਰ ਬਣਦੀ ਹੈ। ਤੇ ਪੈਂਦੇ ਖਾਂ ਪਠਾਨ ਦਾ ਉੱਥੇ ਛੋਟਾ ਜਿਹਾ ਇੱਕ ਸਥਾਨ ਵੀ ਬਣਿਆ, ਜਿੱਥੇ ਪੈਂਦੇ ਖਾਂ ਪਠਾਨ ਨੂੰ ਮਾਰ ਦਿੱਤਾ ਗਿਆ। ਉਹ ਯਾਦ ਬਣਾਈ ਗਈ ਹੈ ਕਿ ਜਿਹੜਾ ਗੁਰੂ ਨਾਨਕ ਦੇ ਦਰ ਘਰ ਵਿਖੇ ਨਿਮਰਤਾ ਦੇ ਨਾਲ ਆਉਂਦਾ ਉਹ ਤੇ ਬਖਸ਼ਿਆ ਜਾਂਦਾ, ਜਿਹੜਾ ਚੜ੍ਹਾਈ ਕਰਕੇ ਆਉਂਦਾ ਭਾਈ ਉਹ ਇਦਾਂ ਕਰਕੇ ਪੈਂਦੇ ਖਾਂ ਪਠਾਨ ਦੀ ਤਰ੍ਹਾਂ ਕਹਿੰਦੇ ਮਾਰਿਆ ਜਾਂਦਾ। ਉਹ ਨਿਸ਼ਾਨ, ਉਹ ਯਾਦਗਰ, ਉਹ ਵਿਚਾਰ ਇਸ ਗੱਲ ਨੂੰ ਦਰਸਾਉਂਦੀ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ। ਆਓ ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕੀ ਕੀ ਵਿਚਾਰ ਬਣਦੀ ਹੈ, ਕਿਵੇਂ ਕਿਵੇਂ ਸਤਿਗੁਰੂ ਜੀ ਕਿਰਪਾ ਕਰਦੇ, ਸਿੱਖਾਂ ਤੇ ਵਡਾਈਆਂ ਪ੍ਰਦਾਨ ਕਰਦੇ, ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਆਓ ਗੁਰੂ ਸਤਿਗੁਰ ਦੇ ਸਨਮੁਖ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।